ਅਤੇ ਮੈਨੂੰ ਸਮਾਪਤੀ ਤੇ ਪਤਾ ਚੱਲ ਜਾਂਦਾ ਕਿ ਵੀ 7:30 ਵਜੇ ਪਤਾ ਚੱਲਦਾ ਕਿ ਬਾਹਰ ਗੱਡੀ ਕਿਸੇ ਨੇ ਸ਼ੀਸ਼ਾ ਤੋੜਿਆ ਹੋਇਆ। ਪਰਸਨਲੀ ਤੌਰ ਤੇ ਮੈਨੂੰ ਡਰਾਉਣਾ ਚਾਹੁੰਦੇ ਹੋਣਗੇ ਕਿ ਇਹ ਦੁਬਾਰਾ ਗੁਰੂ ਘਰ ਨਾ ਆਵੇ, ਇਹ ਆਪਣੀ ਸੇਵਾ ਨਾ ਨਿਭਾ ਸਕੇ। ਤਾਂ ਜੋ ਡਾਊਨ ਸਾਈਡ ਫੋਰਾ ਚੌਕਾ ਉੱਤੇ ਗੱਡੀ ਲੱਗੀ ਹੁੰਦੀ ਹੈ ਹਨੇਰੇ ਦੇ ਵਿੱਚ, ਲੇਕਿਨ ਮੈਂ ਵੇਖੀ ਨਹੀਂ ਹੈ। लेकिन गड्डी स्टार्ट होंदा सेल्फ दा आवाज़ भी आती, मैं सोचा कोई होएगा। मैं पूरी कोशिश की नंबर पढ़ने की, फिलहाल नहीं पढ़े गया, लेकिन वो हिट करके मुझे चले जाए। मतलब जिन्हें भी तुहानू हिट किया उन्हें तुहानू जख्मी करन दी सोच नाल हिट नहीं किया। जख्मी का तो मतलब क्योंकि एक कीर्तनिया एक ग्रंथी साहिब जिहदी कोई दुश्मनी नहीं, लागतबाजी नहीं हैगी, जे वो सेफ नहीं तो फिर आम बंदा की? पुलिस प्रशासन कह रहे हैं, अवतार सिंह खालसा ने बोलिया कि असीं कुछ नहीं ऐसा करना, असीं सिर्फ बंदे फड़ने ने, कोई है कौन है बंदा। वाहिगुरू जी का खालसा वाहिगुरू जी की फतेह। एक बाणी चैनल उत्ते मैं रमनदीप कौर सारिਆਂ ਦਾ ਨਿੱਘਾ स्वागत करदी ਹਾਂ। ਤਾਂ ਦਰਸ਼ਕੋ, ਇੱਕ ਬਹੁਤ ਹੀ ਜ਼ਰੂਰੀ ਸੂਚਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ। ਇੱਕ ਅਜਿਹੀ ਘਟਨਾ ਜਿਹਨੂੰ ਦੱਸਦੇ ਹੋਏ ਮੈਨੂੰ ਦੁੱਖ ਵੀ ਹੋ ਰਿਹਾ ਹੈ ਔਰ ਹੈਰਾਨੀ ਵੀ ਹੋ ਰਹੀ ਹੈ ਵੀ ਇਹ ਘਟਨਾ ਵਾਪਰੀ ਕਿਉਂ, ਕੀ ਕਾਰਨ ਨੇ ਇਹ ਘਟਨਾ ਵਾਪਰਨ ਦੇ ਪਿੱਛੇ। ਬਹੁਤ ਸਾਰੇ ਸਾਡੇ ਦਰਸ਼ਕਾਂ ਦੇ ਤੱਕ ਇਹ ਗੱਲ ਹਜੇ ਤੱਕ ਨਹੀਂ ਪਹੁੰਚੀ ਹੋਵੇਗੀ, ਪਰ ਇਸ ਗੱਲ ਉੱਤੇ ਧਿਆਨ ਦੇਣਾ ਸਾਰਿਆਂ ਦਾ ਬਹੁਤ ਜ਼ਰੂਰੀ ਬਣਦਾ ਹੈ, ਕਿਉਂਕਿ ਇੱਕ ਤਾਂ ਜਿਨ੍ਹਾਂ ਦੇ ਨਾਲ ਇਹ ਘਟਨਾ ਵਾਪਰੀ ਹੈ ਉਹ ਸਾਡੇ ਲਈ ਬਹੁਤ ਇੱਕ ਕਹਿੰਦੇ ਨੇ ਖਾਸ ਸ਼ਖਸੀਅਤ ਨੇ ਜੰਮੂ ਕਸ਼ਮੀਰ ਦੇ ਵਿੱਚ, ਤੇ ਇਸ ਘਟਨਾ ਦੇ ਕਾਰਨ ਕੀ ਨੇ ਇਹਦੇ ਪਿੱਛੇ ਸਾਰਿਆਂ ਦਾ ਸੋਚਣਾ ਵੀ ਬਹੁਤ ਜ਼ਰੂਰੀ ਹੈ। ਤਾਂ ਮੈਂ ਬਹੁਤੀ ਗੱਲ ਨਾ ਕਰਦੇ ਹੋਏ ਮੈਂ ਤੁਹਾਨੂੰ ਮਿਲਾਉਂਦੀ ਹਾਂ ਭਾਈ ਸਾਹਿਬ ਭਾਈ ਰੰਗੀਲ ਸਿੰਘ ਜੀ ਹੋਣਾ ਦੇ ਨਾਲ। सब तो पहला मैं एक बाणी चैनल के उत्ते इन्हां दा स्वागत करदी है जी। वाहिगुरू जी का खालसा वाहिगुरू जी की फतेह। मेरे नाल ने रागी रंगील सिंह जी, तुसीं वेख सकदे हो कि इस समय ਉਹ ਜ਼ਖਮੀ ਹਾਲਤ ਦੇ ਵਿੱਚ ਨੇ। ਜ਼ਖਮੀ ਹਾਲਤ ਦੇ ਵਿੱਚ ਕਿਉਂ ਨੇ, ਇਹ ਵੀ ਸਾਰੀ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਹਾਡੇ ਰੂਬਰੂ ਹੋਣ ਦਾ ਮਕਸਦ ਹੀ ਇਹ ਸੀ। ਤਾਂ ਰਾਗੀ ਰੰਗੀਲ ਸਿੰਘ ਜੀ एक ग्रंथी दे वजों बतौर ग्रंथी गुरुद्वारा साहिब कालू चक विखे अपनी सेवा निभा रहे हैं काफ़ी सालों तो। यह वैसे आर्मी चों रिटायर ने, पर वाहिगुरू परमात्मा दे नाल लिव लगी हुई है, कीर्तन करन दा शौक है, गुरुद्वारा साहिब विखे सेवावां निभा रहे हैं। तो रिटायर आने के बाद ये उत्थे वाहिगुरू परमात्मा ने इन्हां नूं सेवा बख्शी हुई है। एक बहुत वड्डी घटना वापरी जिहदे ते सारिआं नूं अफसोस भी है ते हैरानी भी है। सारे सोच भी रहे हैं कि यह घटना वापरी क्यों है। की वो सारी घटना वो आपां भाई रंगील सिंह जी होना दी जुबानी तो ही सुनांगे जी। भाई साहब जी, जिवें एक बहुत वड्डा हादसा वापरिया, एक कहंदे ने ना कि वाहिगुरू परमात्मा ने आप तुहानूं हत्थ दे के रखिया कि एक किसी राही हमला ही किया जाए। मैं तो उही कहूँगी हमला किया गया तुहाडे उत्ते। पहलां भी तुहाडी गड्डी नूं जिवें बहुत सारे सोशल मीडिया दे राही साडे जिहड़े दर्शक ने उन्होंने ये गल तां उन्हां तक पहुंची सी। ਤਾਂ ਇੱਕ ਜਿੱਦਾਂ ਉਸ ਦੇ ਬਾਅਦ ਤੁਹਾਡੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ, ਇੱਕ ਰਾਗੀ ਦੇ ਉੱਤੇ, ਇੱਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੇ ਉੱਤੇ। ਕਹਿੰਦੇ ਨੇ ਨਾ ਕਿ ਇੱਕ ਵਾਹਿਗੁਰੂ ਦਾ ਨਾਮ ਲੈਣ ਵਾਲੇ ਇਨਸਾਨ ਨੂੰ ਵੀ ਇਹ ਕਲਯੁਗੀ ਦੁਨੀਆ ਨਹੀਂ ਛੱਡਦੀ। ਤਾਂ ਤੁਹਾਡੇ ਉੱਤੇ ਇਹ ਹਮਲਾ ਕੀਤਾ ਗਿਆ। ਤੁਸੀਂ ਇੱਕ ਵਾਰੀ ਉਹ ਸਾਰੀ ਘਟਨਾ ਜਿਹੜੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਦਿਓ, ਫਿਰ ਆਪਾਂ ਅਗਾਂਹ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਇੱਕ ਬਾਣੀ ਚੈਨਲ ਦਾ ਅਤੇ ਭੈਣ ਜੀ ਜੋ ਆਏ ਹਨ ਰਮਨਜੀਤ ਕੌਰ, ਉਹਨਾਂ ਦਾ ਧੰਨਵਾਦ ਹੈ, ਅਤੇ ਵੀਰ ਜਗਤਾਰ ਸਿੰਘ ਜੀ, ਭਾਈ ਹਰਪ੍ਰੀਤ ਸਿੰਘ ਜੀ ਚੋਹਾਲਾ, ਭਾਈ ਅਜਮੀਤ ਸਿੰਘ ਜੀ, ਹੋਰ ਵੀ ਗੁਰਸਿੱਖ ਵੀਰ ਜਿਤਨੇ ਵੀ ਆਏ ਹਨ ਉਹਨਾਂ ਦਾ ਧੰਨਵਾਦ ਹੈ ਜੋ ਤੁਸੀਂ ਇੱਥੇ ਖਾਸ ਤੌਰ 'ਤੇ ਦਾਸ ਦੇ ਘਰ ਪਹੁੰਚੇ ਹੋ। ਤਾਂ ਗੱਲ ਕੁਛ ਨਹੀਂ, ਅਜੇ 19 ਤਰੀਕ ਦੀ ਗੱਲ ਹੈ ਜੀ। ਦਾਸ ਸੰਤੋਖ ਵਿਹਾਰ ਕਾਲੂ ਚੱਕ ਵਿਖੇ ਜੋ ਗ੍ਰੰਥੀ ਸਿੰਘ ਦੇ ਤੇ ਕੀਰਤਨ ਦੀ ਸੇਵਾ ਨਿਭਾਉਂਦੇ ਹਨ, ਅਤੇ ਦਾਸ ਗ੍ਰੇਟਰ ਕਲਾਸ ਰਹਿੰਦਾ ਹੈ। ਸਵੇਰੇ ਮੈਂ ਇੱਥੋਂ ਜਿਸ ਵਕਤ ਜਾਂਦਾ ਹਾਂ ਤੇ 5 ਵਜੇ ਤੋਂ ਪਹਿਲੇ ਮੈਂ ਗੱਡੀ ਜੋ ਗੁਰੂ ਘਰ ਦੇ ਬਾਹਰ ਖੜੀ ਕਰਦਾ ਹਾਂ, ਅੰਦਰ ਸੇਵਾ ਵਾਸਤੇ ਜਾਂਦਾ ਹਾਂ, ਅਤੇ ਮੈਨੂੰ ਸਮਾਪਤੀ ਤੇ ਪਤਾ ਚੱਲ ਜਾਂਦਾ ਕਿ ਵੀ
7:30 ਵਜੇ ਪਤਾ ਚੱਲਦਾ ਕਿ ਬਾਹਰ ਗੱਡੀ ਕਿਸੇ ਨੇ ਸ਼ੀਸ਼ਾ ਤੋੜਿਆ ਹੋਇਆ। ਜੀ ਹਾਂਜੀ, ਉਹ ਸੰਗਤਾਂ ਤੋਂ ਪਤਾ ਚੱਲਦਾ ਕਿ ਇਹ ਗੱਡੀ ਦਾ ਬਾਹਰ ਸ਼ੀਸ਼ਾ ਤੋੜਿਆ। ਫਿਰ ਅਸੀਂ ਆਪਣੇ ਗੁਰੂ ਘਰ ਦੇ ਜੋ ਕੈਮਰੇ ਚੈੱਕ ਕੀਤੇ ਹਨ, ਉਸ ਦੇ ਵਿੱਚ ਪਤਾ ਚੱਲਦਾ ਕਿ 2 ਬਾਈਕ ਸਵਾਰ ਜੋ ਲੜਕੇ ਆਏ ਹਨ, ਤਾਂ ਉਹਨਾਂ ਨੇ ਪੱਥਰ ਦੇ ਨਾਲ ਹਮਲਾ ਕੀਤਾ ਤੇ ਉਹ ਹਿੱਟ ਕਰਕੇ ਚਲੇ ਗਏ ਹਨ। ਲੇਕਿਨ ਇੱਥੇ ਤੱਕ ਗੱਲ ਠੀਕ ਸੀ ਕਿ ਚਲੋ ਹੋ ਸਕਦਾ ਕਿਸੇ ਨੂੰ ਕੋਈ ਜਿੱਦ ਹੋਵੇਗੀ ਮੇਰੇ ਨਾਲ, ਪਰਸਨਲੀ ਤੌਰ ਤੇ ਮੈਨੂੰ ਡਰਾਉਣਾ ਚਾਹੁੰਦੇ ਹੋਣਗੇ ਕਿ ਇਹ ਜੀ ਦੁਬਾਰਾ ਗੁਰੂ ਘਰ ਨਾ ਆਵੇ ਤੇ ਆਪਣੀ ਸੇਵਾ ਨਾ ਨਿਭਾ ਸਕੇ। ਲੇਕਿਨ ਇੱਥੇ ਤੱਕ ਠੀਕ ਸੀ। ਜਿਸ ਵਕਤ ਅਸੀਂ ਸ਼ੱਕ ਦੀ ਗੱਲ ਨਾਲ ਨਿਗਾਹ ਦੇ ਨਾਲ ਚੱਲੇ, ਥਾਣੇ ਰਿਪੋਰਟ ਦਿੱਤੀ ਹੈ, ਸਾਡੇ ਚੇਅਰਮੈਨ ਸਾਹਿਬ ਨਾਲ ਗਏ ਹਨ, ਤਾਂ ਜਿਸ ਵਕਤ ਅਸੀਂ ਕੈਮਰੇ ਚੈੱਕ ਕਰਨੇ ਸ਼ੁਰੂ ਕੀਤੇ ਹਨ ਤਾਂ ਵੇਖਣ ਦੇ ਵਿੱਚ ਆਉਂਦਾ ਕਿ ਉਹ ਜਿਹੜੀ ਬਾਈਕ ਹੈ ਉਸ ਤੋਂ ਪਹਿਲੇ ਵੀ ਚੱਕਰ ਲਗਾ ਰਹੀ ਹੈ 4:30 ਪੌਣੇ 5 ਤੋਂ। ਜੀ ਕਾਫੀ ਚੱਕਰ ਲਗਾਏ ਹਨ ਉਹਨਾਂ ਨੇ। ਪੀਕਸ ਤੋਂ ਅੱਗੋਂ ਯੂ ਟਰਨ ਲੈ ਕੇ ਫਿਰ ਆਉਂਦੇ ਹਨ। ਫਿਰ ਦੇਖਦੇ ਹਨ ਕਿ ਜਿਸ ਵਕਤ ਸੰਗਤਾਂ ਹੁਣ ਅੰਦਰ ਚਲੇ ਗਈਆਂ ਹਨ, ਬਾਹਰ ਕੋਈ ਨਹੀਂ ਹੈ, ਫਿਰ ਉਹਨਾਂ ਨੇ ਜੋ ਮੇਰੀ ਗੱਡੀ ਤੇ ਜੋ ਹਮਲਾ ਕੀਤਾ ਹੈ ਫਿਰ ਉਹ ਚਲੇ ਜਾਂਦੇ ਹਨ। ਫਿਰ ਉਸ ਤੋਂ ਬਾਅਦ ਜਿਸ ਵਕਤ ਕੈਮਰੇ ਅੱਗੇ ਅਸੀਂ ਚੈੱਕ ਕਰਦੇ ਹਾਂ, ਉੱਥੇ ਵੀ ਜਾ ਕੇ ਦੇਖਦੇ ਹਾਂ ਕਿ ਉਹਨਾਂ ਦੇ ਨਾਲ ਇੱਕ 800 ਗੱਡੀ ਵੀ ਸੀ। ਜੀ ਫਿਰ ਮੈਂ ਥੋੜ੍ਹਾ ਜਿਹਾ ਚਿੰਤਾ ਦਾ ਵਿਸ਼ਾ ਬਣਿਆ। ਫਿਰ ਮੈਂ ਆਪਣੀ ਪ੍ਰਬੰਧਕ ਕਮੇਟੀ ਨੂੰ ਦੱਸਿਆ ਵੀ ਇਹ ਗੱਲ ਕੁਝ ਹੋਰ ਵੀ ਹੋ ਸਕਦੀ ਹੈ, ਤੁਸੀਂ ਇਸ ਦਾ ਪਤਾ ਕਰਾਓ। ਸੋ ਪੁਲਿਸ ਪ੍ਰਸ਼ਾਸਨ ਵੀ ਲੱਗੀ ਹੈ ਉਸ ਦਿਨ ਦੀ। ਤਾਂ ਉਸ ਤੋਂ ਬਾਅਦ ਫਿਰ ਸੰਗਤ ਨੇ ਕਿਹਾ ਕਿ ਤੁਸੀਂ ਬਾਬਾ ਜੀ ਥੋੜ੍ਹੇ ਦਿਨ ਆਪਣੇ 0 ਟਾਈਮ ਤੇ ਨਾ ਆਓ, ਤੁਸੀਂ ਟਾਈਮ ਚੇਂਜ ਕਰਕੇ ਆਓ, ਥੋੜ੍ਹਾ ਲੇਟ ਆਓ। ਜੀ ਤਾਂ 10 ਥੋੜ੍ਹੇ 5-7 ਦਿਨ ਜੋ 4-5 ਦਿਨ ਜਿਹੜੇ ਆ ਕਿ ਮੈਂ ਗੁਰੂ ਘਰ ਲੇਟ ਜਾਂਦਾ ਰਿਹਾ, ਪ੍ਰਕਾਸ਼ ਵਾਲੇ ਟਾਈਮ ਤੇ ਨਹੀਂ ਜਾਂਦਾ ਰਿਹਾ। ਔਰ ਫਿਰ ਜਿਸ ਦਿਨ 24 ਤਰੀਕ ਪਿਛਲੇ ਕੱਲ੍ਹ ਇਹ ਹਾਦਸਾ ਹੁੰਦਾ ਹੈ, ਤਾਂ ਮੈਂ ਆਪਣੇ ਘਰ ਤੋਂ ਨਿਕਲਦਾ ਹਾਂ 4:55 ਤੇ 5 ਵਜੇ ਮੈਂ ਅਰਦਾਸ ਕਰਨੀ ਸੀ ਜਾ ਕੇ। ਤਾਂ ਜੋ ਡਾਊਨ ਸਾਈਡ ਫੁਹਾਰਾ ਚੌਕ ਹੈ ਉੱਥੇ ਗੱਡੀ ਲੱਗੀ ਹੁੰਦੀ ਹੈ ਹਨੇਰੇ ਦੇ ਵਿੱਚ, ਲੇਕਿਨ ਮੈਂ ਵੇਖੀ ਨਹੀਂ ਹੈ। ਲੇਕਿਨ ਗੱਡੀ ਸਟਾਰਟ ਹੁੰਦਾ ਸੈਲਫ ਦਾ ਆਵਾਜ਼ ਮੈਨੂੰ ਆਉਂਦੀ, ਮੈਂ ਸੋਚਿਆ ਕੋਈ ਹੋਵੇਗਾ। ਤੇ ਉਸ ਟਾਈਮ 54 ਨੰਬਰ ਲਾਈਨ ਦੇ ਵਿੱਚ ਜਾ ਕੇ ਉਸਨੇ ਪੂਰੀ ਕੋਈ ਕਮ ਸੇ ਕਮ ਵੀ 100 ਦੀ ਸਪੀਡ ਉਸਦੀ ਹੋਵੇਗੀ, ਤਾਂ ਉਸਨੇ ਮੈਨੂੰ ਪਿੱਛੋਂ ਆ ਕੇ ਹਿੱਟ ਕੀਤਾ। ਮੈਂ ਪਿੱਛੇ ਵੇਖਿਆ ਗੱਡੀ 800 ਹੈ। ਮੈਂ ਪੂਰੀ ਕੋਸ਼ਿਸ਼ ਕੀਤੀ ਨੰਬਰ ਪੜ੍ਹਨ ਦੀ, ਫਿਲਹਾਲ ਨਹੀਂ ਪੜ੍ਹਿਆ ਗਿਆ, ਲੇਕਿਨ ਉਹ ਹਿੱਟ ਕਰਕੇ ਮੈਨੂੰ ਚਲੇ ਜਾਂਦੀ ਹੈ ਬਸ। ਜੀ ਪਰ ਸਾਹਿਬ ਜੀ, ਜਦੋਂ ਤੁਹਾਨੂੰ ਉਸ ਗੱਡੀ ਦੇ ਰਾਹੀਂ ਹਿੱਟ ਕੀਤਾ ਜਾਂਦਾ ਤਾਂ ਤੁਹਾਨੂੰ ਕਿੱਥੇ ਜਿਵੇਂ ਕਹਿ ਲਓ ਕਿ ਇੱਕ ਤਾਂ ਤੁਹਾਡੀ ਬਾਂਹ ਨੂੰ ਲੱਗੀ ਹੋਈ ਹੈ, ਕਿਵੇਂ ਕਾਫੀ ਗੁੱਝੀਆਂ ਸੱਟਾਂ ਵੀ ਹੋ ਸਕਦੀਆਂ ਨੇ। ਹਾਂਜੀ ਹਾਂਜੀ ਜੀ ਦੋਨਾਂ ਹੱਥਾਂ ਤੇ ਹੈ ਜੀ ਮੇਰੇ, ਔਰ ਇਹ ਘੁਟਨੇ ਤੇ ਹੈ। ਤੇ ਵੈਸੇ ਇੱਧਰ ਵੀ ਹੈ, ਲੇਕਿਨ ਇਹ ਥੋੜਾ ਠੀਕ ਹੈ। ਲੇਕਿਨ ਇਹ ਜੋ ਸ਼ੋਲਡਰ ਹੈ ਮੇਰਾ, 2 ਜਗ੍ਹਾ ਤੋਂ ਮਤਲਬ ਜਿਹਨੇ ਵੀ ਤੁਹਾਨੂੰ ਹਿੱਟ ਕੀਤਾ ਉਹਨੇ ਤੁਹਾਨੂੰ ਜ਼ਖਮੀ ਕਰਨ ਦੀ ਸੋਚ ਨਾਲ ਹਿੱਟ ਨਹੀਂ ਕੀਤਾ? ਜ਼ਖਮੀ ਦਾ ਤੇ ਮਤਲਬ ਨਹੀਂ, ਕਿਉਂਕਿ ਸਵੇਰ ਦਾ ਟਾਈਮ ਹੈ, ਟ੍ਰੈਫਿਕ ਵੀ ਨਹੀਂ ਸੀ। ਗੱਡੀ ਦੀ ਜਦੋਂ ਮੈਂ ਆਵਾਜ਼ ਸੁਣੀ ਪਿੱਛੋਂ ਕਿ ਇਤਨੀ ਖਤਰਨਾਕ ਆਵਾਜ਼, ਸੁਬਾਹ ਇੰਨੀ ਸਪੀਡ 'ਚ ਕੌਣ ਆ ਰਿਹਾ, ਮੈਂ ਆਪਣੀ ਬਾਈਕ ਥੋੜਾ ਸਾਈਡ ਕਰ ਲੈਂਦਾ ਵੀ ਕੋਈ ਐਮਰਜੈਂਸੀ ਹੋਵੇਗੀ। ਜੀ ਲੇਕਿਨ ਜਿਸ ਵਕਤ ਮੈਂ ਪਿੱਛੇ ਮੁੜ ਕੇ ਦੇਖਦਾ ਤੇ ਉਹਨੇ ਦੇਖਿਆ ਕਿ ਇਹ ਤਾਂ ਭਾਈ ਸਾਹਿਬ ਨੇ ਬਾਈਕ ਸਾਈਡ ਕਰ ਲਈ ਹੈ। ਉਸਨੇ ਫਿਰ ਕੱਟ ਮਾਰਿਆ ਪੂਰੇ ਜ਼ੋਰ ਨਾਲ, ਟਾਇਰਾਂ ਦੀ ਆਵਾਜ਼ ਆਈ ਹੈ, ਉਹ ਹਿੱਟ ਕਰਕੇ ਵੀ ਚਲੇ ਗਏ। ਜੀ ਮਤਲਬ ਬਿਲਕੁਲ ਇਹ ਲੱਗਦਾ ਸੀਗਾ ਕਿ ਡਰਾਨ ਨਹੀਂ ਸੀਗਾ, ਬਿਲਕੁਲ ਇੱਕ ਅਟੈਂਪਟ ਟੂ ਮਰਡਰ ਕਹਿ ਸਕਦੇ ਹਾਂ ਆਪਾਂ ਵੀ, ਇੱਕ ਮਾਰਨ ਦੀ ਸੋਚ ਦੇ ਨਾਲ ਹੀ ਸੀ। ਇਹੋ ਜਿਹੀ ਘਟਨਾ ਪਹਿਲਾਂ ਵੀ ਕਿਤੇ ਵਾਪਰੀ? ਕੋਈ ਨਹੀਂ ਹੋਈ ਜੀ, ਅੱਜ ਤੱਕ ਨਹੀਂ ਹੋਈ, ਨਾ ਹੀ ਪਰਸਨਲ ਮੇਰੀ ਕਿਸੇ ਦੇ ਨਾਲ ਕੋਈ ਐਸੀ ਕੋਈ ਗੱਲਬਾਤ ਅੱਜ ਤੱਕ ਕੁਝ ਵੀ ਨਹੀਂ ਹੈ। ਤੇ ਤੁਹਾਨੂੰ ਇਸ ਦੇ ਦੌਰਾਨ ਕਿਤੇ ਲੱਗਿਆ ਕੋਈ ਐਸਾ ਕਿਸੇ ਤੇ ਸ਼ੱਕ ਵੀ ਲੱਗਦਾ ਹੋਵੇ ਵੀ ਇਹ ਜਾ? ਮੈਨੂੰ ਕਿਹਾ ਹੀ ਨਹੀਂ ਕਿਸੇ ਦੇ ਨਾਲ ਜੀ, ਪਰਸਨਲ ਕੋਈ ਦੁਸ਼ਮਣੀ ਨਹੀਂ ਮੇਰੀ ਕਿਸੇ। ਤੇ ਹੁਣ ਕੀ ਸੋਚਦੇ ਹੋ, ਮਤਲਬ ਕਿ ਪੁਲਿਸ ਦੇ ਰਾਹੀਂ ਇਨਵੈਸਟੀਗੇਸ਼ਨ ਜਿਹੜੀ ਕੀਤੀ ਜਾ ਰਹੀ ਹੈ, ਕਿ ਤੁਹਾਨੂੰ ਲੱਗਦਾ ਕਿ ਉਹ ਉਸ ਹਿਸਾਬ ਦੇ ਨਾਲ ਕੀਤੀ ਜਾ ਰਹੀ ਹੈ ਵੀ ਜਿਵੇਂ ਆਪਾਂ ਸੋਚਦੇ ਹਾਂ? ਜੀ ਆਪਣੇ ਅਵਤਾਰ ਸਿੰਘ ਖਾਲਸਾ ਵੀ 2-3 ਦਿਨ ਤੋਂ ਲਗਾਤਾਰ 10 ਦੇ ਘਰ ਆ ਰਹੇ ਨੇ। ਐਸਐਸਪੀ ਜੰਮੂ ਸਾਰਿਆਂ ਨੂੰ ਉਹਨਾਂ ਨੇ ਕਾਲ ਵੀ ਕੀਤੀ ਹੋਈ ਹੈ, ਤਾਂ ਉਹਨਾਂ ਨੇ ਕੱਲ੍ਹ ਤੱਕ ਦਾ ਟਾਈਮ ਮੰਗਿਆ ਕਿ ਕੱਲ੍ਹ 26 ਜਨਵਰੀ ਹੈ, ਕਿਉਂਕਿ ਫੋਰਸ ਥੋੜੀ ਬਿਜੀ ਇਸ ਕਰਕੇ ਪਰਸੋਂ ਦੁਪਹਿਰ ਤੱਕ ਕਹਿੰਦੇ ਕਿ ਹੋ ਜਾਏਗਾ ਸਭ। ਤੇ ਜਿਸ ਗੁਰਦੁਆਰਾ ਸਾਹਿਬ ਵਿਖੇ ਤੁਸੀਂ ਸੇਵਾ ਨਿਭਾ ਰਹੇ ਹੋ, ਉੱਥੋਂ ਦੀ ਮੈਨੇਜਮੈਂਟ ਦਾ ਕੀ ਰੋਲ ਹੈ ਉਹਦੇ ਵਿੱਚ? ਜਿੱਦਾਂ ਜੇ ਚੇਅਰਮੈਨ ਦੀ ਗੱਲ ਕੀਤੀ ਜਾਵੇ, ਉਹਨਾਂ ਦਾ ਸਭ ਆਪਣੇ ਨਾਲ ਹੈ ਜੀ, ਐਸਾ ਕੁਝ ਨਹੀਂ ਹੈ। ਬੜਾ ਪ੍ਰੇਮ ਹੈ। ਪਿੱਛੇ 10 ਨੇ ਛੁੱਟੀ ਮੰਗੀ ਸੀ, ਉਹਨਾਂ ਨੇ ਮੈਨੂੰ ਸੰਗਤ ਲਈ ਨਹੀਂ ਵਾਪਸ ਆਪਣੇ ਘਰ ਆਉਣ ਦਾ, ਉਹਨਾਂ ਨੇ ਚੇਅਰਮੈਨ ਸਾਹਿਬ ਨੂੰ ਲੈ ਕੇ ਨਹੀਂ ਤੁਸੀਂ ਡਿਊਟੀ ਇੱਥੇ ਹੀ ਕਰੋਗੇ ਜੀ। ਐਸਾ ਕੁਝ ਨਹੀਂ ਹੈ ਮੇਰਾ ਉਹਦੇ ਨਾਲ ਕੋਈ। ਕਿੰਨੇ ਸਮੇਂ ਤੋਂ ਤੁਸੀਂ ਇਸ ਗੁਰਦੁਆਰਾ ਸਾਹਿਬ ਵਿਖੇ? ਮੈਂ ਜੀ 7ਵਾਂ ਸਾਲ ਮੇਰੇ 7 ਸਾਲ ਹੋ ਗਏ। ਇਸ ਤੋਂ ਪਹਿਲਾਂ ਵੀ ਕਿਤੇ ਡਿਊਟੀ ਤੁਸੀਂ ਕੀਤੀ? ਨਹੀਂ ਜੀ, ਮੈਂ ਆਰਮੀ ਵਿੱਚ ਸੀ ਪਹਿਲਾਂ। ਮਤਲਬ 7 ਸਾਲ ਤੋਂ ਤੁਸੀਂ ਇੱਥੇ ਆਪਣੀ ਰਿਟਾਇਰਮੈਂਟ ਦੇ ਬਾਅਦ ਤੁਸੀਂ ਇੱਥੇ ਆਏ ਹੋ। ਹੁਣ ਜਿਵੇਂ ਇੱਥੇ ਗੱਲ ਕੀਤੀ ਜਾਵੇ, ਸਾਡੇ ਨਾਲ ਬਹੁਤ ਸਾਰੇ ਰਾਗੀ ਸਾਹਿਬਾਨ ਜੀ ਦਾ ਆਪਾਂ ਗੱਲ ਕੀਤੀ ਜਾਵੇ ਤਾਂ ਜਗਤਾਰ ਵੀਰ ਜੀ ਆਏ ਨੇ, ਤੁਹਾਡੇ ਨਾਲ ਗੱਲਬਾਤ ਕੀਤੀ ਹੈ। ਚਵਾਲਾ ਸਾਹਿਬ ਕੀਰਤਨੀਏ ਬਹੁਤ ਵਧੀਆ ਹੈ। ਤਾਂ ਇੱਕ ਹਮਦਰਦੀ ਦੇ ਤੌਰ ਤੇ ਕਹਿੰਦੇ ਨੇ ਨਾ ਕਿ ਜੇਕਰ ਸਾਡੇ ਇੱਕ ਮਤਲਬ ਕਿ
ਇੱਕ ਕੀਰਤਨੀਆ, ਇੱਕ ਗ੍ਰੰਥੀ ਸਾਹਿਬ ਜਿਹਦੀ ਕੋਈ ਦੁਸ਼ਮਣੀ ਨਹੀਂ, ਲਾਗਤਬਾਜੀ ਨਹੀਂ ਹੈਗੀ, ਜੇ ਉਹ ਸੇਫ ਨਹੀਂ ਤਾਂ ਫਿਰ ਆਮ ਬੰਦਾ ਕੀ। ਮੈਂ ਪਹਿਲਾਂ ਵੀ ਆਫ ਕੈਮਰਾ ਵੀ ਇਹੀ ਗੱਲ ਸੋਚ ਰਹੀ ਸੀ ਕਿ ਆਪਾਂ ਨਾ ਬੇਸਿਕਲੀ ਕਿਸੇ ਨੂੰ ਬੜਾ ਆਰਾਮ ਜਿਹਾ ਕਹਿੰਦੇ ਵੀ ਉਹ ਤਾਂ ਰੱਬ ਦਾ ਨਾਮ ਲੈਣ ਵਾਲਾ ਬੰਦਾ, ਉਹਦੀ ਕਿਸੇ ਨਾਲ ਕੀ ਦੁਸ਼ਮਣੀ ਹੋਗੀ। ਤੇ ਅੱਜ ਰੱਬ ਦਾ ਨਾਮ ਲੈਣ ਵਾਲੇ ਬੰਦੇ ਦੀ ਇੰਨੀ ਵੱਡੀ ਕਿਸੇ ਦੇ ਨਾਲ ਕੋਈ ਲਾਗਤਬਾਜੀ ਕਿਸੇ ਨੂੰ ਹੋਗੀ, ਭਾਵੇਂ ਤੁਹਾਨੂੰ ਨਹੀਂ ਹੋਵੇ, ਤੁਹਾਨੂੰ ਨਹੀਂ ਹੈ ਕਿਸੇ ਦੇ ਨਾਲ, ਤੁਹਾਡੇ ਮਨ ਦੇ ਵਿੱਚ ਨਹੀਂ, ਪਰ ਕਿਸੇ ਦੇ ਮਨ ਦੇ ਵਿੱਚ ਤੁਹਾਡੇ ਖਿਲਾਫ ਇੰਨਾ ਜ਼ਹਿਰ, ਤੁਸੀਂ ਕਿਵੇਂ ਸੋਚਦੇ ਹੋ ਇਸ ਚੀਜ਼ ਨੂੰ? ਤਾਂ ਸਮਝ ਤੋਂ ਬਾਹਰ ਹੈ ਜੀ। ਇਸ ਤਰ੍ਹਾਂ ਦਾ ਕਦੀ ਕਿਸੇ ਨਾਲ ਵੀ ਨਹੀਂ ਹੋਇਆ ਹੋਏਗਾ ਪਹਿਲੇ ਜੀ। ਔਰ ਅੰਮ੍ਰਿਤ ਵੇਲੇ ਸੰਗਤ ਵੀ ਜਾਂਦੀ। ਕੱਲ੍ਹ ਨੂੰ ਜਿੱਦਾਂ ਹੁਣ ਉਹ ਗੱਡੀ ਹਿੱਟ ਕਰ ਗਈ ਨਾ, ਕਿਸੇ ਨੂੰ ਕੋਈ ਹੋਰ ਵੀ ਉਹ ਲੜਕੇ ਆ ਕੇ ਉਹ ਆਪ ਨਹੀਂ ਕਰਵਾ ਰਿਹਾ ਕਿਸੇ। ਅੱਜ ਕੱਲ੍ਹ ਦੇਖੋ ਨਸ਼ੇ ਦਾ ਜੀ ਸਮਾਂ ਚੱਲ ਰਿਹਾ ਜੀ। ਕਿਸੇ ਨੂੰ 5000 ਰੁਪਇਆ ਦਿਓ ਤਾਂ ਕੁਝ ਵੀ ਕਰਵਾ ਲਓ, ਪੈਸੇ ਦਿਓ ਕੁਝ ਵੀ ਕਰਵਾ ਲਓ। ਉਹ ਆਪ ਨਹੀਂ ਕਰ ਰਿਹਾ, ਜੋ ਵੀ ਉਹ ਕੋਈ ਹੋਏਗਾ। ਲੇਕਿਨ ਅਸੀਂ ਕੁਝ ਵੀ ਨਹੀਂ ਬੋਲ ਸਕਦੇ ਉਨੀ ਦੇਰ ਤੱਕ। ਸੰਗਤ ਆਪਣੇ ਨਾਲ ਹੈ, ਕਮੇਟੀ ਆਪਣੇ ਨਾਲ ਹੈ। तो पुलिस ने भी टाइम मंगिया, जो भी होएगा तो सारी संगत के सामने होएगा जी। ਤੇ ਬਹੁਤ ਸਾਰੇ ਇਸ ਸਿੱਖ ਸੰਗਤ ਦੇ ਵਿੱਚੋਂ ਵੀ ਬਹੁਤ ਉੱਗੀਆਂ ਹੋਈਆਂ ਸ਼ਖਸੀਅਤਾਂ ਜੰਮੂ ਕਸ਼ਮੀਰ ਦੀਆਂ ਤੁਹਾਡੇ ਨਾਲ ਜਿਵੇਂ ਰਾਬਤਾ ਕਰਨ ਆਈਆਂ ਨੇ। ਇੱਕ ਦੁੱਖ ਦੀ ਘੜੀ ਹੁੰਦੀ ਹੈ ਜਦੋਂ ਕਿਸੇ ਤੇ ਪੈਂਦੀ ਹੈ ਨਾ, ਕਹਿੰਦੇ ਜਦੋਂ ਕੋਈ ਆ ਕੇ ਚਾਰ ਗੱਲਾਂ ਵੀ ਕਰ ਲਵੇ ਤਾਂ ਥੋੜਾ ਸਹਾਰਾ ਜਿਹਾ ਹੋ ਜਾਂਦਾ ਬੰਦੇ ਨੂੰ। ਇਹ ਮਹਿਸੂਸ ਹੁੰਦਾ ਕਿ ਚਲੋ ਮੇਰੇ ਨਾਲ ਇਹ ਲੋਕ ਖੜੇ ਹੋਏ ਨੇ, ਮੇਰੇ ਆਪਸ ਦਾ ਭਾਈਚਾਰਾ ਜਿਹੜਾ ਮੇਰੇ। ਸ਼੍ਰੋਮਣੀ ਗੁਰਮਤਿ ਗ੍ਰੰਥੀ ਰਾਗੀ ਸਭਾ ਦੇ ਸਿੰਘ ਆਏ ਨੇ ਜੀ ਜੀ, ਭਾਈ ਸਾਹਿਬ ਜੀ, ਸਮੁੱਚੀ ਕੌਮ ਨਾਲ ਹੈ ਜੀ ਜੀ। ਉਹ ਤਾਂ ਕਹਿ ਰਹੇ ਤੁਸੀਂ ਦੱਸੋ ਅਸੀਂ ਰੋਡ ਤੇ, ਮੈਂ ਕੁਝ ਨਹੀਂ ਕਰਨਾ। ਜਦ पुलिस प्रशासन कह रहे हैं, अवतार सिंह खालसा ने बोलिया कि असी कुछ नहीं ऐसा करना, असी सिर्फ बंदे फड़ने ने कि वो है कौन है बंदे। सीसीटीवी की दुश्मनी है किसी के नाल कि जिसने ये हमले कर रहे हैं। ਅਸੀਂ ਕਹਿਣਾ ਚਾਹੁੰਦੇ ਹਾਂ ਪੁਲਿਸ ਡਿਪਾਰਟਮੈਂਟ ਨੂੰ, ਉਹ ਜਲਦ ਤੋਂ ਜਲਦ ਇਹਨਾਂ ਦੇ ਨਾਲ ਜਿਹੜੀ ਮੰਦਭਾਗੀ ਘਟਨਾ ਵਾਪਰੀ ਹੈ ਉਸ ਨੂੰ ਜਲਦੀ ਤੋਂ ਜਲਦੀ ਕਲੀਅਰ ਕਰਨ ਕਿ ਉਹ ਸ਼ਖਸ ਕੌਣ ਸਨ, ਉਹ ਅਨਸਰ ਕੌਣ ਸਨ। ਅਸੀਂ ਅੱਜ ਐਡਮਿਨਿਸਟ੍ਰੇਸ਼ਨ ਨਾਲ ਵੀ ਗੱਲ ਕਰਾਂਗੇ, ਜੋ ਸਾਡੇ ਉੱਚ ਅਧਿਕਾਰੀ ਨੇ ਜੰਮੂ ਵਿੱਚ, ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਇਸ ਘਟਨਾ ਦੀ ਜੋ ਜਾਂਚ ਹੈ ਉਹ ਸ਼ਖਸ, ਉਹ ਅਨਸਰ ਸਾਹਮਣੇ ਆਉਣੇ ਚਾਹੀਦੇ ਨੇ ਜਿਨ੍ਹਾਂ ਨੇ ਇਹ ਘਟਨਾ ਕੀਤੀ ਹੈ। ਅੱਜ ਰਾਗੀ ਸਿੰਘ ਦੇ ਨਾਲ ਇਹ ਰਾਗੀ ਸਿੰਘ ਨੂੰ ਮਾਰਨਾ ਕੀ ਹੁੰਦਾ, ਭਾਈ ਨੂੰ ਮਾਰਨਾ ਕੀ ਹੁੰਦਾ, ਪੰਡਤ ਨੂੰ ਮਾਰਨਾ ਕੀ ਹੈ? ਉਹ ਵੇਲੇ ਕਵੇਲੇ ਨਿਕਲਦੇ ਨੇ ਬਾਹਰ, ਉਹਨਾਂ ਨੂੰ ਰਾਤ ਨੂੰ 12 ਵਜੇ ਕਿਸੇ ਦੇ ਘਰ ਮੌਤ ਹੁੰਦੀ ਹੈ, ਕਹਿੰਦੇ ਭਾਈ ਸਾਹਿਬ ਜੀ ਸਾਡੇ ਘਰ ਕੀਰਤਨ ਕਰਕੇ ਜਾਓ। ਸਾਨੂੰ ਕੀ ਪਤਾ ਹੈ, ਅਸੀਂ ਕਿਸੇ ਦੇ ਵੀ ਚਲਦੇ ਹਾਂ, ਦੇ ਜਵਾਨ ਦੇ ਉੱਤੇ ਚਲਦੇ ਹਾਂ, ਅਸੀਂ ਚਲਦੇ ਹਾਂ ਕਿਸੇ ਦੇ ਭਰੋਸੇ ਤੇ ਚਲਦੇ ਹਾਂ। ਸਾਨੂੰ ਹੋਰ ਕੁਝ ਨਹੀਂ ਹੁੰਦਾ। ਸਾਨੂੰ ਮਾਰਨਾ, ਰਾਗੀ ਨੂੰ ਅੱਗੇ ਇਹੋ ਜਿਹੀਆਂ ਘਟਨਾਵਾਂ ਬੜੀਆਂ ਹੋ ਚੁੱਕੀਆਂ ਨੇ। ਜਿੰਨੀ ਦੇਰ ਇਹ ਠੱਗ ਨਹੀਂ ਪਛਾਣੇ ਜਾਣਗੇ, ਇੰਨੀ ਦੇਰ ਇਹ ਹਾਦਸੇ ਇਸ ਤਰ੍ਹਾਂ ਹੁੰਦੇ ਰਹਿਣਗੇ। ਅਸੀਂ ਭਾਈ ਸਾਹਿਬ ਦੇ ਨਾਲ ਹਾਂ ਤੇ ਪ੍ਰਸ਼ਾਸਨ ਨੂੰ ਫਿਰ ਅਪੀਲ ਕਰਦੇ ਹਾਂ ਕਿ ਇਸ ਦੀ ਜਿਹੜੀ ਕਾਰਵਾਈ ਹੈ ਛੇਤੀ ਤੋਂ ਛੇਤੀ ਕੀਤੀ ਜਾਵੇ। ਜਿਨ੍ਹਾਂ ਨੇ ਇਹ ਕਾਰਾ ਕੀਤਾ ਹੈ ਉਹ ਚਿਹਰੇ ਜ਼ਰੂਰ ਨੰਗੇ ਹੋਣੇ ਚਾਹੀਦੇ ਹਨ। ਜਿੱਥੇ ਇੱਕ ਗੁਰੂ ਘਰ ਦਾ ਜਿਹੜਾ ਸੇਵਕ ਹੈ ਉਹ ਸੇਫ ਨਹੀਂ ਹੈ, ਜਿਹੜਾ ਗੁਰੂ ਘਰ ਦਾ ਪੁਜਾਰੀ ਸੇਫ ਨਹੀਂ ਹੈ, ਤੇ ਆਵਾਮ ਦਾ ਕੀ ਹਾਲਾਤ ਬਣਨਗੇ। ਇਹਨਾਂ ਸ਼ਬਦਾਂ ਦਾ ਨਾਲ ਹੀ ਮੈਂ ਜੋ ਹੈ ਇੱਕ ਬਾਣੀ ਚੈਨਲ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ, ਜਿਹੜੇ ਆਵਾਮ ਦੀ ਆਵਾਜ਼ ਨੂੰ ਚੌਥਾ ਸਤੰਭ ਬਣ ਕੇ ਜਿਹੜਾ ਹੈ ਉਹ ਹਰ ਜਨ ਤੱਕ ਪਹੁੰਚਾਉਂਦੇ ਹਨ ਔਰ ਲੋਕਾਂ ਦੀ ਸੱਚ ਜਿਹੜਾ ਹੈ ਉਹ ਸੱਚ ਦੀ ਰੋਸ਼ਨ ਦਾ ਪ੍ਰਗਟਾਵਾ ਕਰਦੇ ਹਨ। ਸਾਡਾ ਪਰਿਵਾਰ ਸਾਨੂੰ ਕਹਿੰਦਾ ਹੈ ਕਿ ਰਾਤ ਨੂੰ ਤੁਸੀਂ ਵੇਲੇ ਕੁਵੇਲੇ ਜਾਂਦੇ ਹੋ, ਫਿਰ ਵੀ ਅਸੀਂ ਸੋਚਦੇ ਹਾਂ ਕਿ ਅਸੀਂ ਹਰ ਇੱਕ ਦੇ ਦੁੱਖ ਸੁੱਖ ਵਿੱਚ ਪਹੁੰਚਣਾ ਹੈ। ਸੋ ਇਹ ਸਵਾਲੀਆ ਨਿਸ਼ਾਨ ਹਰ ਇੱਕ ਕੀਰਤਨੀਏ ਪ੍ਰਚਾਰਕ ਦੇ ਉੱਪਰ ਹੈ। ਸੋ ਮੈਂ ਇਹ ਅਪੀਲ ਕਰਦਾ ਹਾਂ, ਕਿਸੇ ਨੂੰ ਵੀ ਕਿਸੇ ਪ੍ਰਚਾਰਕ ਗ੍ਰੰਥੀ ਦੇ ਨਾਲ ਕੋਈ ਵੀ ਗਿਲਾ ਸ਼ਿਕਵਾ ਹੈ, ਕਿਉਂਕਿ ਪ੍ਰਚਾਰਕ ਕੀਰਤਨੀਆ ਜਿਹੜਾ ਹੈ ਨਾ ਤਾਂ ਉਸ ਦਾ ਕੋਈ ਬਹੁਤ ਵੱਡੇ ਕਿਸੇ ਨਾਲ ਲੈਣ ਦੇਣ ਹੁੰਦੇ ਹਨ, ਉਹ ਉਹਨਾਂ ਦੇ ਨਾਲ ਬੈਠ ਕੇ ਗਿਲੇ ਸ਼ਿਕਵੇ ਦੂਰ ਕੀਤੇ ਜਾਣ, ਨਾ ਕਿ ਇਹੋ ਜਿਹੀਆਂ ਮੰਦਭਾਗੀਆਂ ਘਟਨਾਵਾਂ ਜਿਹੜੀਆਂ ਘਟਦੀਆਂ ਹਨ ਉਸ ਵਿੱਚ ਸਾਡੀ ਨੌਜਵਾਨ ਪੀੜ੍ਹੀ ਨਾਮੋਸ਼ੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਦੇਖੋ ਜੇ ਆਪਾਂ ਇਹਨੂੰ ਕਿਸੇ ਧਰਮ ਦੇ ਨਾਲ ਜੋੜੀਏ ਨਾ, ਮੈਨੂੰ ਲੱਗਦਾ ਜਿਹੜਾ ਇਨਸਾਨ ਕਿਸੇ ਦੇ ਨਾਲ ਗਲਤ ਕਰਦਾ ਉਹਦਾ ਕੋਈ ਧਰਮ ਨਹੀਂ ਹੁੰਦਾ। ਵੀ ਜੇ ਕੋਈ ਕਿਸੇ ਤੇ ਜਾਨਲੇਵਾ ਹਮਲਾ ਕਰਦੇ, ਜਿਹਨੂੰ ਜਾਨ ਦੀ ਕੀਮਤ ਨਹੀਂ ਪਤਾ, ਉਹਦਾ ਕੋਈ ਧਰਮ, ਕੋਈ ਦੀਨ, ਉਹਦਾ ਕੋਈ ਮਜ਼ਹਬ ਨਹੀਂ ਹੋਵਾ। ਆਪਾਂ ਕਿਸੇ ਕਮਿਊਨਿਟੀ ਦੇ ਨਾਲ ਜੋੜ ਕੇ ਆਖੀਏ ਵੀ ਉਹ ਇਨਸਾਨ ਇਹਦੇ ਨਾਲ ਸੰਬੰਧ ਰੱਖਦਾ ਸੀ, ਉਹ ਕਿਸੇ ਕਮਿਊਨਿਟੀ ਦਾ ਨਹੀਂ ਹੋ ਸਕਦਾ। ਪਹਿਲੀ ਗੱਲ ਤਾਂ ਇਨਸਾਨ ਹੀ ਨਹੀਂ ਹੋ ਸਕਦਾ ਜਿਹੜਾ ਉਹ ਐਡੀ ਵੱਡੀ ਵਾਰਦਾਤ ਕਰ ਰਿਹਾ। ਤਾਂ ਤੁਸੀਂ ਕੋਈ ਜਿੱਦਾਂ ਸਾਰੀ ਕਮਿਊਨਿਟੀ ਤੁਹਾਡੇ ਨਾਲ ਹੈ, ਸਾਰੀ ਸਾਡੀ ਸਿੱਖ ਸੰਗਤ, ਸਾਡੀ ਸਿੱਖ ਕੌਮ ਤੁਹਾਡੇ ਨਾਲ ਖੜੀ ਹੋਈ ਹੈ, ਜਿਹੜੇ ਉਹਨਾਂ ਦੀ ਅਗਵਾਈ ਕਰ ਰਹੇ ਨੇ ਉਹ ਸਾਰੇ ਆ ਕੇ ਤੁਹਾਡਾ ਹਾਲ ਚਾਲ ਪੁੱਛ ਰਹੇ ਨੇ। ਤਾਂ ਤੁਸੀਂ ਹੁਣ ਸਿੱਖ ਸੰਗਤ ਨੂੰ ਕੀ ਸੁਨੇਹਾ ਦਿਓਗੇ, ਜਾਂ ਜਿਵੇਂ ਵੀ ਹੁਣ ਤੁਹਾਡੇ ਤੇ ਹੀ, ਤੁਹਾਡੇ ਸ਼ਬਦਾਂ ਤੇ ਹੀ ਡਿਪੈਂਡ ਕਰਦਾ ਵੀ ਤੁਸੀਂ ਕੀ ਚਾਹੁੰਦੇ ਹੋ? ਮੈਂ ਦੇਖੋ ਜੀ ਕੁਝ ਨਹੀਂ ਚਾਹੁੰਦਾ। ਇਹ मेरे ते हमला नहीं होया, ग्रंथी सिंह ते हमला होया जी। तो जो भी सिख संगत है या अपनी संगत है या अपनी प्रबंधक कमेटी है जी, वो इस चीज़ का पता लगाए। तो संगत के सामने होना चाहिए। उस दिन भी आन चैनल वाले सारे भैया इस करके असीं इहनूं हिट किया, सामने आए जो भी है भई इसकी ये गलती सी, असीं इसनूं इस करके मारना चाहते सी। वो संगत करे, प्रबंधक कमेटी करे, पुलिस प्रशासन करे जी जी। ਕਿ ਜਿਵੇਂ ਅੱਜ ਇਹ ਘਟਨਾ ਇੱਕ
ਮੈਨੂੰ ਨਹੀਂ ਲੱਗਦਾ ਵੀ ਇੱਕ ਗ੍ਰੰਥੀ ਸਾਹਿਬਾਨ ਦਾ ਕੋਈ ਇਹ ਤਾਂ ਹੈ ਨਹੀਂਗਾ ਕਿ ਬਹੁਤ ਵੱਡੀਆਂ ਪ੍ਰਾਪਰਟੀਆਂ ਦੇ ਰੌਲੇ ਨੇ ਜਾਂ ਕੋਈ ਵੀ ਕੋਈ ਹਾਂ, ਬਹੁਤ ਹੀ ਉਹ ਵੱਡੀ ਚਾਹੁੰਦੇ ਗੱਲ ਨੇ ਨਹੀਂ ਕਿ ਹੈ। ਉਹ ਚਾਹੁੰਦੇ ਨਾ ਅਗਰ ਉਹਨਾਂ ਦੇ ਮਨ 'ਚ ਆ ਕਿ ਮੈਂ ਸੇਵਾ ਨਾ ਕਰਾਂ ਤੇ ਐਸੀ ਕੋਈ ਗੱਲ ਨਹੀਂ ਹੈ, ਲੇਕਿਨ ਸਾਹਮਣੇ ਆਣੀ ਚਾਹੀਦੀ ਗੱਲ। ਜੀ ਹੁਣ ਦੇਖੋ ਨਾ, ਮੈਂ ਨਾ ਤਾਂ ਮੈਂ ਸੰਗਤ ਨੂੰ ਕਹਿ ਸਕਦਾ, ਨਾ ਕਮੇਟੀ ਨੂੰ ਬੁਰਾ ਬੋਲ ਸਕਦਾ, ਨਾ ਕਿਸੇ ਕਮਿਊਨਿਟੀ ਨੂੰ ਕਹਿ ਸਕਦਾ। ਕੋਈ ਹੋਰ ਵੀ ਤਾਂ ਬੰਦਾ ਹੋ ਸਕਦਾ ਨਾ। ਜੀ ਬਿਲਕੁਲ ਇਹ ਵੀ ਤਾਂ ਹੋ ਸਕਦਾ ਨਾ ਕੋਈ ਤੀਸਰਾ ਬੰਦਾ ਕੱਲ ਨੂੰ ਨਿਕਲ ਆਵੇ। ਬਿਲਕੁਲ ਉਸ ਦੇ ਵਿੱਚ ਅਸੀਂ ਝੂਠੇ ਪੈਂਦੇ, ਇਸ ਕਰਕੇ ਪਹਿਲਾਂ ਪਤਾ ਚੱਲੇਗਾ ਫਿਰ ਅਸੀਂ ਚੈਨਲ ਤੋਂ ਬੋਲਾਂਗੇ। ਤੋਂ ਬਾਕੀ ਸਾਡਾ ਸਰੀਰ ਉਹ ਖਤਮ ਕਰ ਸਕਦਾ ਬੰਦਾ, ਸਾਡੀ ਜ਼ਮੀਰ ਨਹੀਂ ਮਾਰ ਸਕਦਾ ਉਹ, ਠੀਕ ਹੈ ਨਾ। ਇਹ ਸਿੱਖ ਦਾ ਸ਼ਹੀਦ ਹੁੰਦੇ ਨੇ, ਐਸਾ ਕੁਝ ਨਹੀਂ ਹੈ। ਮੈਂ ਡਰਦਾ ਨਹੀਂ ਉਹਨਾਂ ਲੋਕਾਂ ਤੋਂ, ਮੈਂ ਚੈਨਲ ਤੋਂ ਕਹਿ ਰਿਹਾ। ਕਿਸੇ 'ਚ ਹਿੰਮਤ ਸਾਹਮਣੇ ਆ ਕੇ ਬੋਲਣਾ ਪਈ ਇਹ ਤੇਰੇ ਤੋਂ ਇਹ ਪ੍ਰੋਬਲਮ ਹੈ। ਜੀ ਮੈਂ ਤਾਂ ਗੱਡੀ ਵੀ ਫੜ ਲੈਣੀ ਸੀ, ਮੇਰੇ 'ਚ ਨਹੀਂ ਹਿੰਮਤ ਆ, ਪਰ ਮੇਰੇ ਇੱਕ ਤੇ ਮੋਟਰਸਾਈਕਲ ਜੋ ਬਾਈਕ ਮੇਰੀ ਹੈ ਬਿਲਕੁਲ ਖਤਮ ਹੈ ਜੀ ਉਹ ਦੂਸਰਾ ਮੇਰੇ ਲੱਗਣ ਦੇ ਕਾਰਨ ਮੈਂ ਉੱਠ ਨਹੀਂ ਸਕਿਆ। ਕੋਸ਼ਿਸ਼ ਮੈਂ ਬੜੀ ਕੀਤੀ, ਲੇਕਿਨ ਚਲੋ ਵਾਹਿਗੁਰੂ ਜੋ ਵੀ ਕਰਦਾ ਭਲੇ ਵਾਸਤੇ ਕਰਦਾ। ਜੀ ਬਿਲਕੁਲ। ਜਿਸ ਤਰ੍ਹਾਂ ਦੇ ਨਾਲ ਰਾਗੀ ਰੰਗੀਲ ਸਿੰਘ ਜੀ ਹੋਣਾ ਨੇ, ਭਾਈ ਸਾਹਿਬ ਹੋਣਾ ਨੇ ਸਾਨੂੰ ਸਾਰੀ ਗੱਲ ਵੀ ਦੱਸੀ ਹੈ, ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਹਜੇ ਤੱਕ ਆਪਾਂ ਸ਼ੱਕ ਦੇ ਆਧਾਰ ਦੇ ਉੱਤੇ ਕਿਸੇ ਦੇ ਉੱਤੇ ਆਪਾਂ ਬਲੇਮ ਨਹੀਂ ਕਰ ਸਕਦੇ ਕਿਉਂਕਿ ਕੀ ਪਤਾ ਇੱਕ ਬੰਦਾ 100 ਬੰਦਿਆਂ ਦੇ ਨਾਲ ਜ਼ਿੰਦਗੀ ਦੇ ਵਿੱਚ ਵਿਚਰਦਾ, ਕਦੋਂ ਕਿਹਦੇ ਨਾਲ ਕੀ ਲਾਗਡਾਟ ਆਪਣੀਆਂ ਚੱਲਦੀਆਂ ਰਹਿੰਦੀਆਂ ਦੁਨਿਆਵੀ ਤੌਰ ਦੇ ਉੱਤੇ। ਤਾਂ ਪਰ ਮੈਨੂੰ ਬੜੀ ਹੈਰਾਨੀ ਜੀ ਹੁੰਦੀ ਹੈ ਇੱਕ ਤਾਂ ਇਹ ਗੱਲ ਕਰਦੇ ਹੋਏ ਕਿ ਮਤਲਬ ਕੌਣ ਸੇਫ ਆ ਇਸ ਦੁਨੀਆ ਦੇ ਵਿੱਚ। ਅਸੀਂ ਕਹਿੰਦੇ ਹਾਂ ਰੱਬ ਦਾ ਨਾਮ ਲੈਣ ਵਾਲਾ, ਜਿਨ੍ਹਾਂ ਨੇ ਆਪਾਂ ਨੂੰ ਸਿਰਫ ਰੱਬ ਦਾ ਨਾਮ ਹੀ ਸੁਣਾਈ ਜਾਣਾ, ਰੱਬ ਦਾ ਨਾਂ ਹੀ ਸੁਣਾਈ ਜਾਣਾ, ਸਾਨੂੰ ਇਹ ਕਹਿਣਾ ਵੀ ਚੰਗੇ ਪਾਸੇ ਲੱਗੋ, ਚੰਗੇ ਪਾਸੇ ਲੱਗੋ। ਉਹ ਇਨਸਾਨ ਨਹੀਂ ਇਸ ਧਰਤੀ ਦੇ ਉੱਤੇ ਸੇਫ, ਇਸ ਦੁਨੀਆ ਦੇ ਵਿੱਚ ਸੇਫ। ਤੇ ਅਸੀਂ, ਮੈਨੂੰ ਲੱਗਦਾ ਸਾਡੇ ਵਰਗੇ ਲੋਕ ਤਾਂ ਫਿਰ ਕਿਸੇ ਕੈਟੇਗਰੀ 'ਚ ਤਾਂ ਅਸੀਂ ਹੈ ਹੀ ਨਹੀਂ ਗੇ। ਤਾਂ ਅੱਜ ਮੈਂ ਇਹ ਨਹੀਂ ਸਮਝਦੀ ਕਿ ਭਾਈ ਰੰਗੀਲ ਸਿੰਘ ਜੀ ਨਹੀਂ, ਇਹ ਜਿੰਨੇ ਵੀ ਗ੍ਰੰਥੀ ਸਾਹਿਬਾਨ ਨੇ, ਜਿੰਨੇ ਵੀ ਰਾਗੀ ਸਾਹਿਬਾਨ ਨੇ, ਇਹ ਸਾਰਿਆਂ ਦੀ ਹੁਣ ਇਹ ਮਤਲਬ ਕਿ ਸਿਰਫ ਭਾਈ ਰੰਗੀਲ ਸਿੰਘ ਜੀ ਹੋਣਾ ਦੇ ਵਿੱਚੋਂ ਸਾਰੇ ਜਵਾਬ ਮੰਗ ਰਹੇ ਨੇ ਕਿ ਸਾਡੀ ਸੇਫਟੀ ਕਿਆ। ਹੁਣ ਅਸੀਂ ਇੱਕ ਕਹਿੰਦੇ ਨੇ ਨਾ ਡਾਊਨ ਟੂ ਅਰਥ ਲੋਕ ਨੇ ਜਿਨ੍ਹਾਂ ਨੂੰ ਲੱਗਦਾ ਕਿ ਸਾਨੂੰ ਸਹੀ ਰਾਹ 'ਤੇ ਤੋਰਦੇ ਨੇ, ਉਹਨਾਂ ਦੀ ਹੁਣ ਸੇਫਟੀ ਦਾ ਜਿਹੜਾ ਜ਼ਿੰਮਾ ਉਹ ਕੌਣ ਲਏਗਾ। ਬਾਕੀ ਕਰਨਾ ਤਾਂ ਵਾਹਿਗੁਰੂ ਪਰਮਾਤਮਾ ਨੇ ਹੀ ਹੁੰਦਾ। ਤਾਂ ਅਸੀਂ ਅਰਦਾਸ ਕਰਦੇ ਹਾਂ ਵਾਹਿਗੁਰੂ ਅੱਗੇ ਕਿ ਭਾਈ ਸਾਹਿਬ ਜੀ ਜਲਦ ਤੋਂ ਜਲਦ ਤੰਦਰੁਸਤ ਹੋ ਜਾਣ, ਤੇ ਜਲਦ ਤੋਂ ਜਲਦ ਜਿਨ੍ਹਾਂ ਨੇ ਇਸ ਘਟਨਾ ਨੂੰ, ਮੰਦਭਾਗੀ ਘਟਨਾ ਨੂੰ ਅੰਜਾਮ ਦੇਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ, ਅਟੈਂਪਟ ਟੂ ਮਰਡਰ ਦੀ ਕੋਸ਼ਿਸ਼ ਕੀਤੀ ਹੈ, ਉਹ ਜਲਦ ਤੋਂ ਜਲਦ ਆ ਜਿਹੜੇ ਸਾਹਮਣੇ ਆ ਜਾਣ। ਤੇ ਮੈਂ ਬਹੁਤ ਧੰਨਵਾਦ ਕਰਦੀ ਹਾਂ ਭਾਈ ਸਾਹਿਬ ਹੋਣਾ ਦਾ ਕਿ ਇਸ ਹਾਲਤ ਦੇ ਵਿੱਚ ਵੀ ਉਹਨਾਂ ਨੇ ਆਪਦੇ ਵਿਚਾਰ ਆ ਜਿਹੜੇ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਤਾਂ ਸਾਰੇ ਹੀ ਸੰਗਤ, ਸਾਰੇ ਹੀ ਦਰਸ਼ਕ ਮਿਲ ਕੇ ਅਰਦਾਸ ਕਰੀਏ ਕਿ ਭਾਈ ਰੰਗੀਲ ਸਿੰਘ ਜੀ ਜਲਦ ਤੋਂ ਜਲਦ ਤੰਦਰੁਸਤ ਹੋਣ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।